ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 6 ਜੁਲਾਈ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਅੱਜ ਦੇ ਦਿਨ ਦੀ ਮੁਨਾਸਬਤ ਨਾਲ ਹੈ। ਅੱਜ 10 ਮੁਹਰਮ ਹੈ ਔਰ ਇਸੇ ਮੁਨਾਸਬਤ ਨਾਲ ਹੈਦਰਾਬਾਦ, ਸਿੰਧ ਦੇ ਸ਼ਹਿਰ ਹੈਦਰਾਬਾਦ ਤੋਂ ਤੁਹਾਡੇ ਸਾਹਮਣੇ ਖਬਰ ਰੱਖਦੇ ਹਾਂ। ਹੈਦਰਾਬਾਦ ਦੇ ਵਿੱਚ ਹਰ ਸਾਲ ਇੱਕ ਮਾਤਮੀ ਜਲੂਸ ਨਿਕਲਦਾ ਹੈ ਮੁਹਰਮ ਦੇ ਮਹੀਨੇ 'ਚ। ਉਸ ਮਾਤਮੀ ਜਲੂਸ ਦਾ ਨਾਂ ਹੈ ਐਲੀਕੌਟ। ਹੁਣ ਐਲੀਕੌਟ ਤੇ ਅੰਗਰੇਜ਼ੀ ਦਾ ਲਫ਼ਜ਼ ਹੈ, ਕਿਸੇ ਨੂੰ ਇਹ ਨਹੀਂ ਪਤਾ ਜਾਂ ਬਹੁਤੇ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਇਸ ਮਾਤਮੀ ਜਲੂਸ ਦਾ ਨਾਂ ਜਾਂ ਇਹ ਮਨਸੂਬ ਐਲੀਕੌਟ ਦੇ ਨਾਲ ਕਿਉਂ ਹੈ। BBC ਨੇ ਇਹਦੇ 'ਤੇ ਇੱਕ ਫੀਚਰ ਕੀਤਾ ਔਰ ਸਾਨੂੰ ਲੱਗਾ ਕਿ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਨੀ ਚਾਹੀਦੀ। ਪਾਕਿਸਤਾਨ ਬਣਨ ਤੋਂ ਪਹਿਲੇ ਇੱਕ ਮੈਡੀਕਲ ਸੁਪਰੀਡੈਂਡੈਂਟ ਇੱਥੇ ਰਹਿੰਦੇ ਸਨ, ਖਾਤੂਨ, ਹੈਦਰਾਬਾਦ ਦੇ ਵਿੱਚ। ਉਹਨਾਂ ਦੇ ਸ਼ੌਹਰ ਇੱਕ ਕਲੈਕਟਰ ਸਨ ਔਰ ਇਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ। ਜਿਸ ਤਰ੍ਹਾਂ ਬਹੁਤ ਸਾਰੇ ਲੋਕ ਮੰਨਤਾਂ ਮੰਨਦੇ ਨੇ, ਇਹਨਾਂ ਨੇ ਆਪਣੀ ਕਿਸੇ ਦੋਸਤ ਦੇ ਕਹਿਣ ਦੇ ਉੱਤੇ ਮੁਹਰਮ ਦੇ ਵਿੱਚ ਮੰਨਤ ਮੰਨੀ ਔਰ ਉਸ ਤੋਂ ਬਾਅਦ ਇਹਨਾਂ ਦੇ ਘਰ ਬੇਟਾ ਪੈਦਾ ਹੋਇਆ ਜਿਹਦਾ ਨਾਂ ਚਾਰਲੀ ਐਲੀਕੌਟ ਰੱਖਿਆ ਗਿਆ। ਕਿਉਂਕਿ ਉਹ ਮੁਹਰਮ ਦੇ ਵਿੱਚ ਉਹਨਾਂ ਨੇ ਮੰਨਤ ਮੰਗੀ ਸੀ ਤੇ ਉਹਨਾਂ ਨੇ ਆਪਣੇ ਉਸ, ਤੁਸੀਂ ਨਜ਼ਰੀਆਤ ਕਹਿ ਲਓ ਜਾਂ ਉਸ ਕਮਿਟਮੈਂਟ ਦੇ ਉੱਤੇ ਉਹਨਾਂ ਨੇ ਚਾਰਲੀ ਨੂੰ ਨਿੱਕੇ ਹੁੰਦੇ ਤੋਂ ਹੀ ਉਹਨਾਂ ਨੇ ਉਹਨੂੰ ਕਾਲੇ ਕੱਪੜੇ ਪਾਉਣਾ ਸ਼ੁਰੂ ਕੀਤੇ ਔਰ ਮਜਾਲਸ ਦੇ ਵਿੱਚ ਵੀ ਲੈ ਕੇ ਜਾਣਾ ਸ਼ੁਰੂ ਕੀਤਾ। ਲੇਕਿਨ ਉਹਨਾਂ ਆਪਣਾ ਮਜ਼ਹਬ ਜਿਹੜਾ ਉਹ ਆਪਣਾ ਕ੍ਰਿਸਚੀਅਨਿਟੀ ਹੀ ਰੱਖਿਆ, ਮਜ਼ਹਬ ਉਹਨਾਂ ਚੇਂਜ ਨਾ ਕੀਤਾ। ਉਸ ਤੋਂ ਬਾਅਦ ਜਿਸ ਵੇਲੇ ਚਾਰਲੀ ਐਲੀਕੌਟ ਬੜਾ ਹੋਇਆ ਤੇ ਉਹਨਾਂ ਨੇ ਜ਼ਾਹਿਰ ਹੈ ਉਹ ਕਸਟਮ ਦੇ ਵਿੱਚ ਇੰਸਪੈਕਟਰ ਬਣ ਗਏ। ਚਾਰਲੀ ਐਲੀਕੌਟ ਸਾਹਿਬ ਜਿਹੜੇ ਸਨ, ਉਹਨਾਂ ਦਾ ਇੱਕ ਡਰਾਈਵਰ ਚਾਂਡੀਓ ਸਾਹਿਬ ਸੀ, ਉਹ ਉਹਨਾਂ ਨੂੰ ਕਰਬਲਾ ਦੇ ਵਾਕਿਆਤ ਦੱਸਦਾ ਰਿਹਾ, ਉੱਥੇ ਹੋਣ ਵਾਲਾ ਜ਼ੁਲਮ ਤੇ ਮਜ਼ਲੂਮਾਂ ਦੀ ਦਾਸਤਾਨ ਦੱਸਦਾ ਰਿਹਾ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਹੈ ਕਿ ਇਨਸਾਨੀਅਤ ਦਾ ਕੋਈ ਮਜ਼ਹਬ ਵੀ ਨਹੀਂ ਹੁੰਦਾ ਤੇ ਜਿਹੜਾ ਇਨਸਾਨ ਹੋਵੇ ਔਰ ਉਹਦੇ ਦਿਲ ਦੇ ਵਿੱਚ ਖੌਫੇ ਖੁਦਾ ਹੋਵੇ ਜਾਂ ਇਨਸਾਨਾਂ ਨਾਲ ਪਿਆਰ ਹੋਵੇ ਤੇ ਉਹ ਫਿਰ ਇਹ ਨਹੀਂ ਵੇਖਦਾ ਕਿ ਜ਼ੁਲਮ ਜਿਹੜਾ ਉਹ ਕਿਹਦੇ 'ਤੇ ਹੋਇਆ, ਉਹ ਬਸ ਮਜ਼ਲੂਮ ਦੇ ਨਾਲ ਖਲੋਂਦਾ ਹੈ। ਐਲੀਕੌਟ ਸਾਹਿਬ ਨੇ ਆਖਰ ਇਹ ਫੈਸਲਾ ਕੀਤਾ, ਇਸ ਸਾਰੇ ਕਰਬਲਾ ਦੇ ਵਾਕਿਆਤ ਤੋਂ ਮੁਤਾਸਰ ਹੋ ਕੇ, ਹਜ਼ਰਤ ਇਮਾਮ ਹੁਸੈਨ ਔਰ ਉਹਨਾਂ ਦੇ ਸਾਥੀਆਂ ਦੀ ਕੁਰਬਾਨੀ ਤੋਂ ਮੁਤਾਸਰ ਹੋ ਕੇ ਉਹਨੇ ਮੁਸਲਮਾਨ ਹੋਣ ਦਾ ਫੈਸਲਾ ਕਰ ਲਿਆ। ਜਿਸ ਵੇਲੇ ਉਹਨੇ ਆਪਣਾ ਇਹ ਫੈਸਲਾ ਆਪਣੀ ਬੀਵੀ ਔਰ ਆਪਣੇ ਬੱਚਿਆਂ ਨੂੰ ਦੱਸਿਆ ਤੇ ਬੀਵੀ ਬੱਚੇ ਲੈ ਕੇ ਵਾਪਸ ਇੰਗਲੈਂਡ ਚਲੀ ਗਈ, ਉਹਨੇ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਐਲੀਕੌਟ ਸਾਹਿਬ ਜਿਹੜੇ ਨੇ ਉਹ ਫਿਰ ਸਾਰੀ ਉਮਰ ਉੱਥੇ ਹੀ ਹੈਦਰਾਬਾਦ ਹੀ ਰਹੇ, ਗਾਲਬਨ ਆਪਣੇ ਡਰਾਈਵਰ ਨਾਲ ਰਹੇ ਔਰ ਉੱਥੇ ਹੀ ਉਹ 1971 ਦੇ ਵਿੱਚ ਫਿਰ ਅੱਲਾ ਨੂੰ ਪਿਆਰੇ ਹੋ ਗਏ। ਬਹਰਹਾਲ ਉਹਨਾਂ ਦੀ ਮਾਰਫਤ ਨਾਲ ਅੱਜ ਤੱਕ ਉੱਥੇ ਜਿਹੜਾ ਮਾਤਮੀ ਜਲੂਸ ਨਿਕਲਦਾ ਉਹ ਐਲੀਕੌਟ ਦੇ ਨਾਂ ਦੇ ਨਾਲ ਹੀ ਨਿਕਲਦਾ ਹੈ ਜਾਂ ਉਹਨਾਂ ਦੀ ਮਨਸੂਬੀਅਤ ਦੇ ਨਾਲ ਹੀ ਨਿਕਲਦਾ ਹੈ। ਔਰ ਇਹ ਇੱਕ ਬੜੀ ਵੱਡੀ ਸਾਡੇ ਸਾਹਮਣੇ, ਮੈਂ ਇਹੀ ਕਹਾਂਗਾ ਕਿ ਇਹ ਕਹਾਣੀ ਇਸ ਲਈ ਬੜੀ ਇੰਪੋਰਟੈਂਟ ਹੈ ਕਿ ਅਗਰ ਤੁਸੀਂ ਕਿਸੇ ਵੀ ਮਜ਼ਹਬ ਤੋਂ ਹੋ ਲੇਕਿਨ ਤੁਹਾਨੂੰ ਇਨਸਾਨਾਂ ਨਾਲ ਪਿਆਰ ਹੈ ਔਰ ਮਜ਼ਲੂਮ ਦੇ ਨਾਲ ਖੜੇ ਹੋਣ ਦਾ ਤੁਹਾਨੂੰ ਅੱਲਾ ਨੇ ਸ਼ਊਰ ਦਿੱਤਾ ਹੈ, ਤਾਂ ਫਿਰ ਇਹ ਜ਼ਰੂਰੀ ਨਹੀਂ ਕਿ ਤੁਸੀਂ ਬੜੇ ਕੋਈ ਆਲਮ ਫਾਜ਼ਲ ਹੋ ਜਾਂ ਤੁਸੀਂ ਮੁਸਲਮਾਨ ਹੀ ਹੋ ਤੇ ਤਾਦੀ ਹੋ, ਕੋਈ ਵੀ ਮਜ਼ਹਬ ਹੋ ਸਕਦਾ ਤੁਹਾਡਾ, ਤੁਹਾਨੂੰ ਅੱਲਾ ਦੇ ਕੰਮ ਨੇ ਕਿਹਦੇ ਦਿਲ ਦੇ ਵਿੱਚ ਲੋ ਲਾ ਦੇਵੇ। ਇਹ ਇੱਕ ਬੜੀ, ਮੈਂ ਹੀ ਕਹਾਂਗਾ ਕਿ ਇੰਸਪਾਇਰਿੰਗ ਸਟੋਰੀ ਹੈ। ਇੰਸਪਾਇਰਿੰਗ ਸਟੋਰੀ ਇਸ ਲਈ ਹੈ ਕਿ ਬੜੇ ਸਾਰੇ ਲੋਕ ਜਿਹੜੇ ਨੇ ਉਹ ਇਹ ਨਹੀਂ ਸਮਝਦੇ ਕਿ ਅਗਰ ਤੁਸੀਂ ਥੋੜ੍ਹੀ ਜਿਹੀ ਵੀ ਤਹਿਕੀਕ ਕਰੋ ਤਾਂ ਜੋ ਕਰਬਲਾ ਦੇ ਵਿੱਚ ਹੋਇਆ ਉਹਦੇ ਉੱਤੇ ਸਿਰਫ ਮੁਸਲਮਾਨਾਂ ਨੇ ਨਹੀਂ ਲਿਖਿਆ, ਉਹਦੇ ਤੋਂ ਪੂਰੀ ਦੁਨੀਆ ਨੇ ਬੜਾ ਕੁਝ ਸਿੱਖਿਆ ਇਸ ਦਿਨ ਤੋਂ, ਇਸ ਦਿਨ ਨੂੰ ਦਿੱਤੀ ਗਈ ਕੁਰਬਾਨੀ ਤੋਂ। ਅਗਰ ਪੂਰੀ ਦੁਨੀਆ ਦੀ ਤੁਸੀਂ ਮਟੀਰੀਅਲ ਜਾਂ ਲਿਟਰੇਚਰ ਕੱਢੋ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਸ਼ਾਇਦ ਉਹਨਾਂ ਮੁਸਲਮਾਨਾਂ ਨੇ ਨਹੀਂ ਲਿਖਿਆ ਕਰਬਲਾ 'ਤੇ ਜਿਤਨਾ ਗੈਰ ਮੁਸਲਮਾਨ ਨੇ ਲਿਖਿਆ। ਇਸ ਕੁਰਬਾਨੀ ਨੂੰ ਜਿਸ ਤਰੀਕੇ ਨਾਲ ਵੈਲਿਊ ਕੀਤਾ ਗੈਰ ਮੁਸਲਿਮਸ ਨੇ, ਉਸ ਤਰੀਕੇ ਨਾਲ ਸ਼ਾਇਦ ਮੁਸਲਿਮ ਵੀ ਉਹਨੂੰ ਵੈਲਿਊ ਨਹੀਂ ਕਰ ਸਕੇ। ਇਸ ਲਈ ਅੱਜ ਦੇ ਦਿਨ ਸਾਨੂੰ ਇੱਕ ਵਾਰੀ ਫੇਰ ਸਿੱਖਣਾ ਵੀ ਚਾਹੀਦਾ ਹੈ ਔਰ ਆਪਣਾ ਰਿਜ਼ੋਲਵ ਦੁਬਾਰਾ ਰਿਫਰੈਸ਼ ਕਰਨਾ ਚਾਹੀਦਾ ਹੈ ਕਿ ਜ਼ਾਲਿਮ ਜਿਹੜਾ ਹੈ ਉਹ ਭਾਵੇਂ ਉਸ ਵੇਲੇ ਦਾ ਯਜ਼ੀਦ ਹੋਵੇ ਜਾਂ ਅੱਜ ਦੀ ਯਜ਼ੀਦੀਅਤ ਹੋਵੇ, ਉਹਦੇ ਖਿਲਾਫ ਖਲੋਣਾ ਹੈ। ਆਪਣੇ ਦੁਨਿਆਵੀ ਮਾਲੀ ਫਵਾਇਦ ਵਾਸਤੇ ਯਜ਼ੀਦੀਅਤ ਦੇ ਨਾਲ ਨਹੀਂ ਖਲੋਣਾ। ਯਜ਼ੀਦੀਅਤ ਕੀ ਹੈ? ਜਦੋਂ ਵੀ ਕੋਈ ਤਾਕਤਵਰ ਕਿਸੇ ਮਜ਼ਲੂਮ ਦੇ ਉੱਤੇ ਜ਼ੁਲਮ ਕਰਦਾ, ਉਹ ਯਜ਼ੀਦੀਅਤ ਹੈ। ਉਹ ਯਜ਼ੀਦ ਦਾ ਪੈਰੋਕਾਰ ਹੈ ਜਦੋਂ ਅੱਲਾ ਦੇ ਬਣਾਏ ਹੋਏ ਇਨਸਾਨਾਂ ਦੇ ਉੱਤੇ ਉਹ ਤਾਕਤ ਰੱਖਣ ਦੇ ਬਾਵਜੂਦ ਜਿਹੜੀ ਤਾਕਤ ਉਹਨੂੰ ਰੱਬ ਨੇ ਦਿੱਤੀ ਹੁੰਦੀ ਹੈ, ਉਹ ਸੁਲ੍ਹਾ ਰਹਿਮੀ ਦਾ ਰਵੱਈਆ ਜਾਂ ਉਹ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨਾਲ ਸ਼ਫਕਤ ਦਾ ਰਵੱਈਆ ਨਹੀਂ ਰੱਖਦਾ, ਬਲਕਿ ਤੁੰਨ ਕੇ ਰੱਖਣ ਦੀ ਪਾਲਿਸੀ ਰੱਖਦਾ ਹੈ, ਉਹਨੂੰ ਯਜ਼ੀਦੀਅਤ ਕਹਿੰਦੇ ਨੇ। ਤੁਹਾਨੂੰ ਅੱਜ ਵੀ ਨਜ਼ਰ ਆਉਣਗੇ ਬੜੇ ਸਾਰੇ ਸ਼ੇਰ ਬੱਗੇ ਜਿਹੜੇ ਸਾਰਾ ਸਾਲ ਯਜ਼ੀਦੀਅਤ ਦੇ ਨਾਲ ਬਾਹਾਂ 'ਚ ਬਾਹਾਂ ਪਾ ਕੇ ਫਿਰਨਗੇ ਤੇ ਮੁਹਰਮ ਦੇ 10 ਦਿਨ ਜਿਹੜੇ ਮਜਲਿਸਾਂ ਦੇ ਵਿੱਚ ਜਾਣਗੇ, ਆਖਰੀ 3 ਦਿਨ ਜਿਹੜੇ ਨੇ 7ਵੀਂ 8ਵੀਂ 9ਵੀਂ 10ਵੀਂ ਜਿਹੜੇ 4 ਦਿਨ ਨੇ, ਉਹ ਤੁਹਾਨੂੰ ਰੋਂਦੇ ਔਰ ਮਾਤਮ ਕਰਦੇ ਨਜ਼ਰ ਆਉਣਗੇ। ਲੇਕਿਨ ਨਾਲ ਹੀ 11ਵੀਂ ਤੋਂ ਬਾਅਦ ਤੁਸੀਂ ਦੇਖੋਗੇ ਕਿ ਫਿਰ ਵਾਪਸ ਯਜ਼ੀਦੀਅਤ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਤੇ ਫਿਰ ਉਹੀ ਜ਼ੁਲਮ ਕਰਦੇ ਫਿਰਨਗੇ।
ਤੁਹਾਨੂੰ ਬਿਊਰੋਕਰੇਟ ਵੀ ਨਜ਼ਰ ਆਉਣਗੇ, ਪੁਲਿਸ ਵਾਲੇ ਵੀ ਨਜ਼ਰ ਆਉਣਗੇ, ਤੁਹਾਨੂੰ ਇਹ ਜਨਰਲ ਸਾਹਿਬਾਨ ਵੀ ਨਜ਼ਰ, ਕਈ ਤੁਹਾਨੂੰ ਹਰ ਪਾਸੇ ਜੱਜਸ ਨਜ਼ਰ ਆਉਣਗੇ, ਤੁਹਾਨੂੰ ਇਹ ਕਈ ਤੁਹਾਨੂੰ ਪਾਸੇ ਇਹ ਕੰਮ ਕਰਦੇ ਹੋਏ ਨਜ਼ਰ ਆਉਣਗੇ, ਫੈਸਲੇ ਦੇਣਗੇ, ਭੈੜੇ ਤੋਂ ਭੈੜੇ ਫੈਸਲੇ ਦੇਣਗੇ ਜੱਜਸ, ਔਰ ਫਿਰ ਸ਼ਾਮੀ ਜਾ ਕੇ ਮਜਲਿਸ 'ਚ ਬੈਠੇ ਹੋਣਗੇ। ਇਕੱਲਾ ਮਜਲਿਸ ਨਹੀਂ, ਤੁਸੀਂ ਦੂਸਰੇ ਵੀ ਜਿਹੜੇ ਫਿਰਕੇ ਨੇ ਉਹਨਾਂ ਦੇ ਕੰਮ ਵੀ ਵੇਖ ਲਓ, ਸੁਨੀਆਂ ਦੇ ਵੇਖ ਲਓ, ਕੋਈ ਵੀ ਤੁਸੀਂ ਸ਼ੀਆ ਹਜ਼ਰਾਤ ਦੇ ਦੇਖ ਲਓ, ਕੋਈ ਵੀ ਇਹਦੇ 'ਚ ਕੋਈ, ਔਰ ਮੇਰਾ ਖਿਆਲ ਸਿਰਫ ਇਸਲਾਮ 'ਚ ਨਹੀਂ, ਹਰ ਪਾਸੇ ਜਿਹੜਾ ਵੀ ਯਜ਼ੀਦੀਅਤ ਦਾ ਪੈਰੋਕਾਰ ਹੈ ਨਾ, ਉਹ ਨੋ ਮੈਟਰ ਕਿ ਉਹ ਕਿਤਨਾ ਮਜ਼ਹਬੀ ਹੈ ਆਪਣੇ ਆਪਣੇ ਮਜ਼ਹਬ 'ਚ, ਉਹ ਉਸ ਕੰਮ ਨੂੰ ਵੀ ਪੂਰਾ ਰੱਖਦਾ ਅਤੇ ਦੂਸਰੇ ਨੂੰ ਵੀ ਪੂਰਾ ਰੱਖਦਾ। ਮਕਸਦ ਸਿਰਫ ਇੱਕ ਉਹਦਾ ਦਿਲ ਦੇ ਵਿੱਚ ਕਾਲਕ ਜ਼ਰੂਰ ਹੋਣੀ ਚਾਹੀਦੀ, ਅਗਰ ਉਹ ਹੈ ਤਾਂ ਫਿਰ ਉਹ ਸਾਰੇ ਪਾਸੇ ਹੀ ਪੂਰਾ ਆ ਜਾਂਦਾ। ਅੱਛਾ ਜੀ, ਅਗਲੀ ਖਬਰ ਕਚਲਾਕ ਤੋਂ ਹੈ। ਤਾਲਿਬ ਇਲਮ ਦੇ ਨਾਲ ਮੁਬੈਨਾ ਕੋ ਸਖਤੀ ਕਰਨ ਜਾਂ ਮਾਰਪੀਟ ਕਰਨ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਨੂੰ ਹੀ ਕਤਲ ਕਰ ਦਿੱਤਾ। ਇਹ ਬਹਰਹਾਲ ਤਾਲਿਬ ਇਲਮ ਨੂੰ ਵੀ ਨਹੀਂ ਸੀ ਮਾਰਨਾ ਚਾਹੀਦਾ, ਲੇਕਿਨ ਪ੍ਰਿੰਸੀਪਲ ਮੁਹੰਮਦ ਸਿਕੰਦਰ ਨੂੰ ਜਿਹੜਾ ਆਪਣਾ ਬੱਚਾ ਸੀ ਉਹਦੇ ਮਾਮੂ ਨੇ ਕਤਲ ਕਰ ਦਿੱਤਾ। ਬੜੀ ਖੌਫਨਾਕ ਸਟੋਰੀ ਹੈ, ਖੌਫਨਾਕ ਹੈ। ਦੂਸਰੀ ਗੱਲ ਵੀ ਖੌਫਨਾਕ ਹੈ, ਬੱਚਿਆਂ ਦੇ ਉੱਤੇ ਤਸ਼ੱਦਦ ਬਿਲਕੁਲ ਨਹੀਂ ਕਰਨਾ ਚਾਹੀਦਾ, ਲੇਕਿਨ ਇਹ ਵੀ ਇਸ ਸੁਸਾਇਟੀ ਦੇ ਵਿੱਚ ਜਿਹੜਾ ਬਿਲਕੁਲ ਇੱਕ ਇਜਤਮਾਈ, ਮੈਂ ਕਹਾਂਗਾ ਕਿ ਇਸ ਵੇਲੇ ਇੱਕ ਸਬਰ ਦੀ ਕਮੀ ਆ ਗਈ ਹੈ, ਔਰ ਹਰ ਬੰਦਾ ਤੁੰਨ ਕੇ ਰੱਖੋ ਦੀ ਪਾਲਿਸੀ ਦੇ ਉੱਤੇ ਹੈ। ਇਹ ਬੜੀ ਡਰਾ ਦੇਣ ਵਾਲੀ ਗੱਲ ਹੈ। ਮਰੀਮ ਨਵਾਜ਼ ਦੇ ਦੌਰੇ ਤੋਂ ਤਕਰੀਬਨ 10 ਰੋਜ਼ ਕਬਲ ਸੈਕਟਰੀ ਹੈਲਥ ਨਾਦੀਆ ਸਾਕਬ ਨੇ ਪਾਕਪਤਨ ਹਸਪਤਾਲ ਦਾ ਦੌਰਾ ਕੀਤਾ। ਨਾਦੀਆ ਸਾਕਬ ਸਾਹਿਬਾ ਜਿਹੜੀਆਂ ਨੇ ਉਹ ਮਰੀਮ ਨਵਾਜ਼ ਦੇ ਪ੍ਰਿੰਸੀਪਲ ਸੈਕਟਰੀ ਦੀ ਅਹਿਲੀਆ ਨੇ। 10 ਰੋਜ਼ ਕਬਲ ਦੌਰੇ ਦੇ ਵਿੱਚ ਉਹਨਾਂ ਨੂੰ ਕੁਛ ਗਲਤ ਨਜ਼ਰ ਨਹੀਂ ਆਇਆ। AEMSC CEO ਨੂੰ ਉਹਨਾਂ ਨੇ ਇਨਕੁਆਇਰੀ ਦੇ ਵਿੱਚ ਕਲੀਨ ਚਿੱਟ ਦਿੱਤੀ, ਜਿਨ੍ਹਾਂ ਨੂੰ ਕੱਲ੍ਹ ਗ੍ਰਿਫਤਾਰ ਕਰਵਾਇਆ ਗਿਆ। ਅਪ੍ਰੈਲ ਦੇ ਵਿੱਚ ਇਹ ਜਿਹੜਾ ਹਸਪੀਟਲ ਸੀ, ਇਹਦੇ ਵਿੱਚ ਆਕਸੀਜਨ ਸਿਲੰਡਰਸ ਦੀ ਮੱਧ ਦੇ ਵਿੱਚ ਕੋਈ 22 ਮਿਲੀਅਨ $2.25 ਕਰੋੜ ਰੁਪਏ ਦੀ ਕਰਪਸ਼ਨ ਹੋਈ, ਮਗਰ ਉਸ ਦੇ ਬਾਵਜੂਦ ਇਹ ਜਿਹੜੀ ਮੁਹਤਰਮਾ ਸਨ ਪ੍ਰਿੰਸੀਪਲ ਸੈਕਟਰੀ ਸਾਹਿਬ ਦੀ ਬੀਵੀ ਨਾਦੀਆ ਸਾਕਬ ਸਾਹਿਬਾ, ਇਹਨਾਂ ਨੂੰ ਕੁਝ ਗਲਤ ਨਜ਼ਰ ਨਹੀਂ ਆਇਆ। ਮਤਲਬ ਇਹ ਹੁਣ ਤੁਸੀਂ ਇਹਨਾਂ ਦੀਆਂ 2 ਨੰਬਰੀਆਂ ਸਾਰਿਆਂ ਦੀਆਂ ਰਲ ਕੇ ਵੇਖੋ ਕਿ ਨਾਦੀਆ ਸਾਕਬ ਸਾਹਿਬਾ ਨੂੰ ਕੁਝ ਗਲਤ ਨਜ਼ਰ ਨਹੀਂ ਆਇਆ, ਉੱਥੇ ਉਹ ਕਲੀਨ ਚਿੱਟ ਦੇ ਕੇ ਆਏ ਨੇ। ਹੁਣ ਕਿਉਂਕਿ ਬੱਚਿਆਂ ਦੀ ਉਹ ਸੋਸ਼ਲ ਮੀਡੀਆ 'ਤੇ ਬਹੁਤ ਚੁੱਕਿਆ ਗਿਆ ਟੌਪਿਕ, ਫਿਰ ਬਾਜੀ ਮਰੀਮ ਦੀ ਕਿਤੋਂ ਖਿਚਵਾਈ ਵੀ ਹੋਈ, ਔਰ ਕਈ ਦਿਨ ਬਾਅਦ, ਇਹ ਨਹੀਂ ਕਿ ਹਾਦਸੇ ਤੋਂ ਅਗਲੇ ਦਿਨ ਬਾਅਦ ਚਲੇ ਗਏ, ਕਈ ਦਿਨ ਬਾਅਦ ਉੱਥੇ ਜਾਂਦੇ ਨੇ ਔਰ ਖਾਹ ਉੱਥੇ ਲੋਕਾਂ ਨੂੰ ਸਸਪੈਂਡ ਕਰਦੇ ਫਿਰਦੇ ਨੇ। ਜਿਨ੍ਹਾਂ ਦਾ ਕਸੂਰ ਹੋਏਗਾ ਉਹਨਾਂ ਨੂੰ ਵੀ, ਜਿਨ੍ਹਾਂ ਦਾ ਨਹੀਂ ਉਹਨਾਂ ਨੂੰ ਵੀ ਸਸਪੈਂਡ ਕਰੀ ਫਿਰਦੇ ਨੇ, ਸਿਰਫ ਆਪਣੀ ਪੋਲੀਟੀਕਲ ਮਾਈਲੇਜ ਲੈਣ ਵਾਸਤੇ। ਤੁਹਾਨੂੰ ਦੱਸਣਾ ਇਹ ਸੀ ਕਿ ਇਹ ਜ਼ਰਾ ਗੌਰ ਕਰੋ ਕਿ ਜਿਹੜੇ ਮੇਨ ਬਿਊਰੋਕਰੇਟ ਸਨ ਉਹਨਾਂ 'ਚੋਂ ਕਿਸੇ ਨੂੰ ਗ੍ਰਿਫਤਾਰ ਨਹੀਂ ਕਰਾਇਆ, ਜਿਹੜੇ ਜ਼ਿੰਮੇਦਾਰ ਸਨ, ਜਿਨ੍ਹਾਂ ਕੋਲ ਅਥਾਰਟੀ ਸੀ। DC ਨੂੰ ਵੀ ਉਂਝ ਹੀ ਛੱਡ ਦਿੱਤਾ, ਅਤੇ ਇਸ ਪਾਸੇ ਜਿਹੜੀ ਨਾਦੀਆ ਸਾਕਬ ਸਾਹਿਬਾ ਨੇ ਜਿਨ੍ਹਾਂ ਨੇ ਕਲੀਨ ਚਿੱਟ ਦਿੱਤੀ ਸੀ, ਇਹਨਾਂ ਨੂੰ ਵੀ ਕੋਈ ਨਹੀਂ ਪੁੱਛੇਗਾ। ਇਹ ਵੀ ਬੜੇ ਆਰਾਮ ਦੇ ਨਾਲ ਸੈਕਟਰੀ ਹੈਲਥ ਸਾਹਿਬਾ ਜਿਹੜੀਆਂ ਨੇ ਇਹ ਵੀ ਆਪਣਾ ਕੰਮ ਉੱਥੇ ਹੀ ਜਾਰੀ ਰੱਖਣਗੇ। ਅੱਛਾ ਜੀ, ਇਹ ਇੱਕ ਅਗਲੀ ਕਹਾਣੀ ਹੈ ਤੁਹਾਡੇ ਸਾਹਮਣੇ ਰੱਖਦੇ ਹਾਂ, ਸਾਡੇ ਮਾਸ਼ਰੇ ਦੀ ਮਕਾਰੀ ਹੈ। ਮੈਂ ਇਹ ਕਹਾਂਗਾ ਸਾਡੇ ਮਾਸ਼ਰੇ ਦੀ ਜਿਹੜੀ ਇੱਕ 2 ਨੰਬਰੀ ਹੈ, ਜਿਹੜੀ ਹਿਪੋਕ੍ਰੇਸੀ ਹੈ, ਉਹਦੇ 'ਤੇ ਗੱਲ ਕਰਾਂਗਾ। ਇੱਕ ਹੀ ਪਿੰਡ ਹੈ, ਇੱਕ ਹੀ ਵਿਲੇਜ ਹੈ, ਔਰ ਉਹਦੀਆਂ 2 ਕਹਾਣੀਆਂ ਨੇ, 2 ਕੁੜੀਆਂ ਨੇ ਅਤੇ ਉਹਨਾਂ ਨਾਲ ਜੁੜੀਆਂ ਹੋਈਆਂ, ਉਹਨਾਂ ਦੋਵਾਂ ਕੁੜੀਆਂ ਦੇ ਨਾਲ ਜੁੜੀਆਂ ਹੋਈਆਂ 2 ਕਹਾਣੀਆਂ ਨੇ। ਇੱਕ ਮਿੰਡੀ ਹੈ, ਮਿੰਡੀ ਇਲੋਨਾਏ ਅਮਰੀਕਾ ਦੀ ਰਹਿਣ ਵਾਲੀ ਹੈ। ਉਹਨੂੰ ਉੱਥੇ ਦੀਰ ਬਾਲਾ ਦੇ ਇੱਕ ਮੁੰਡੇ ਦੇ ਨਾਲ ਫੇਸਬੁੱਕ 'ਤੇ ਪਿਆਰ ਹੋ ਜਾਂਦਾ ਹੈ, ਔਰ ਮੁੰਡਾ ਉਹਨੂੰ ਲਵ ਯੂ ਕਹਿੰਦਾ ਹੈ, ਅਤੇ ਅੱਗੋਂ ਮਿੰਡੀ ਵੀ ਕਹਿੰਦੀ ਹੈ, ਜ਼ਾਹਿਰ ਹੈ। ਉਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਔਰ ਗੱਲਾਂ ਬਾਤਾਂ ਤੋਂ ਬਾਅਦ ਗੱਲ ਇਸ਼ਕ ਦੇ ਵਿੱਚ ਮੁਬਤਲਾ ਹੁੰਦੀ ਹੈ। ਦੀਰ ਬਾਲਾ 'ਚ ਇਸ ਗੱਲ ਦਾ ਕਿਸੇ ਨੂੰ ਇਤਰਾਜ਼ ਨਹੀਂ, ਹੋਣਾ ਵੀ ਨਹੀਂ ਚਾਹੀਦਾ, ਮੈਂ ਨਹੀਂ ਕਹਿੰਦਾ ਵੀ ਹੋਣਾ ਚਾਹੀਦਾ, ਲੇਕਿਨ ਗੱਲ ਪੂਰੀ ਸੁਣਨਾ। ਦੀਰ ਬਾਲਾ 'ਚ ਇਸ ਗੱਲ 'ਤੇ ਕਿਸੇ ਨੂੰ ਇਤਰਾਜ਼ ਨਹੀਂ ਹੈ। ਫਿਰ ਮਿੰਡੀ ਆਖਿਰਕਾਰ ਵੀਜ਼ਾ ਲਵਾਉਂਦੀ ਹੈ ਅਤੇ ਉਹ ਆ ਉਤਰਦੀ ਹੈ ਏਅਰਪੋਰਟ ਦੇ ਉੱਤੇ। ਹੁਣ ਮਿੰਡੀ ਜਿਹੜੀ ਉਹ ਪਾਕਿਸਤਾਨ ਆ ਜਾਂਦੀ ਹੈ ਦੀਰ ਬਾਲਾ ਦੇ ਇਸ ਸ਼ੇਰ ਜਵਾਨ ਨੂੰ ਮਿਲਣ ਵਾਸਤੇ। ਸ਼ੇਰ ਜਵਾਨ ਲਾਲ ਸੂਏ ਫੁੱਲਾਂ ਦਾ ਗੁਲਦਸਤਾ ਲੈ ਕੇ ਏਅਰਪੋਰਟ ਜਾਂਦਾ ਹੈ, ਅਤੇ ਉੱਥੇ ਜਾ ਕੇ ਆ ਸੀਨੇ ਨਾਲ ਵੱਜ ਜਾ ਠਾਹ ਕਰਕੇ ਉੱਥੇ ਵਿਆਹ ਤੋਂ ਪਹਿਲਾਂ ਹੀ ਜੱਫੀ ਪਾ ਕੇ ਤਸਵੀਰਾਂ ਖਿਚਵਾਉਂਦਾ। ਮੈਂ ਦੁਬਾਰਾ ਆਖਣ ਡਿਆ ਵੀ ਮੈਂ ਕੋਈ ਇੱਥੇ ਫਤਵੇ ਨਹੀਂ ਦੇਣ ਡਿਆ, ਮੈਨੂੰ ਇਤਰਾਜ਼ ਕੋਈ ਨਹੀਂ ਜ਼ਾਤੀ ਤੌਰ 'ਤੇ, ਮੇਰੇ ਹਿਸਾਬ ਨਾਲ ਸਾਰਾ ਕੁਝ ਠੀਕ ਹੈ। ਮੈਂ ਸਿਰਫ ਜਿਹੜਾ ਅਗਲਾ ਕੰਮ ਹੋਣ ਲੱਗਾ ਉਹ ਤੁਹਾਨੂੰ ਦੱਸਣ ਲੱਗਾ। ਫਿਰ ਉਹਨੂੰ ਆਪਣੇ ਪਿੰਡ ਲੈ ਕੇ ਜਾਂਦਾ, ਉੱਥੇ ਵੀ ਜੁੜ ਬਹਿੰਦੇ ਨੇ, ਮਤਲਬ ਇੰਨੇ ਜੁੜ ਕੇ ਬਹਿੰਦੇ ਨੇ ਵੀ ਵਿੱਚੋਂ ਕਿਤਿਓਂ, ਮੇਰਾ ਮਤਲਬ ਹੈ ਵੀ ਪੁਰੇ ਦੀ ਹਵਾ ਵੀ ਨਾ ਲੰਘ ਸਕੇ। ਅੱਜ ਕੱਲ੍ਹ ਤਾਂ ਖੈਰ ਪੁਰੇ ਦੀ ਹਵਾ ਨਹੀਂ ਚੱਲਦੀ, ਅੱਜ ਕੱਲ੍ਹ ਤਾਂ ਸੌਣ ਭਾਦੋਂ ਦੀ ਹੈ, ਲੇਕਿਨ ਬਹਰਹਾਲ ਵਿੱਚੋਂ ਹਵਾ ਵੀ ਨਹੀਂ ਲੰਘ ਸਕਦੀ। ਅਤੇ ਇੰਝ ਜਿਵੇਂ ਕਣਕ ਦੇ ਸਿੱਟੇ ਆਪਸ ਮਿਲੇ ਹੁੰਦੇ ਨੇ ਨਾ, ਇਵੇਂ ਜੁੜ ਕੇ ਬਹਿੰਦੇ ਨੇ, ਜਾਂ ਨਾਲ ਮਾਂ ਪਿਓ ਵੀ ਬਹਿੰਦੇ ਨੇ। ਪੂਰਾ ਦੀਰ ਬਾਲਾ ਵੀ ਰਾਜ਼ੀ ਹੈ ਵੀ ਮੁੰਡੇ ਨੇ ਜਨਾਬ ਇੱਕ ਵਾਰੀ ਬਾਲਾ ਕੱਢ ਕੇ ਰੱਖ ਦਿੱਤਾ ਹੈ। ਇਲੋਨਾਏ ਤੋਂ ਇਸ਼ਕ ਦਾ ਮਕਨਾਤੀਸ ਏਡਾ ਜ਼ਿਆਦਾ ਹੈ ਮੁੰਡੇ ਦਾ ਵੀ ਇਲੋਨਾਏ ਤੋਂ ਮਿੰਡੀ ਨੂੰ ਖਿੱਚ ਲਿਆ ਹੈ। ਮਤਲਬ ਇਸ 'ਤੇ ਪੂਰੇ ਕਿਸੇ ਦੀ ਗੈਰਤ ਨੂੰ ਕੋਈ ਮਸਲਾ ਨਹੀਂ ਬਣਦਾ, ਹੋਣਾ ਵੀ ਨਹੀਂ ਚਾਹੀਦਾ। ਮੈਂ ਬਾਰ-ਬਾਰ ਕਹਿ ਰਿਹਾ, ਕਿਸੇ ਦਾ ਮਜ਼ਹਬ ਖਤਰੇ 'ਚ ਨਹੀਂ ਪੈਂਦਾ। ਇਹ ਸਾਰੇ ਕੰਮ ਦੇ ਵਿੱਚੋਂ ਕੋਈ ਕੰਮ ਨਹੀਂ ਹੁੰਦਾ,
ਔਰ ਇਸ ਸ਼ੇਰ ਜਵਾਨ ਨੂੰ ਇਜਾਜ਼ਤ ਹੁੰਦੀ ਹੈ, ਉਹ ਉੱਥੇ ਸਰਕਾਰੀ ਸਾਨ ਤਰ੍ਹਾਂ ਉੱਥੇ ਜਨਾਬ ਫਿਰਦਾ ਉਹਦੇ ਨਾਲ, ਮਿੰਡੀ ਦੇ ਨਾਲ, ਫਿਰ ਉਸ ਤੋਂ ਬਾਅਦ ਨਿਕਾਹ ਕਰਦਾ ਅਤੇ ਉੱਥੇ ਜਨਾਬ ਸ਼ਹਿਨਾਈਆਂ ਅਤੇ ਲੱਡੂ ਅਤੇ ਮਠਿਆਈਆਂ ਅਤੇ ਭੰਗੜੇ ਅਤੇ ਖੁਸ਼ੀਆਂ। ਕੋਈ ਆਂਦਾ ਗ੍ਰੀਨ ਕਾਰਡ ਆਪ ਚੱਲ ਕੇ ਆ ਗਿਆ, ਕੋਈ ਕੁਝ ਆਂਦਾ, ਕੋਈ ਕੁਝ ਆਂਦਾ। ਬਹਰਹਾਲ ਇਹ ਤਾਂ ਹੋ ਗਈ ਇੱਕ ਸਟੋਰੀ। ਹੁਣ ਉਹੀ ਪਿੰਡ ਹੈ ਔਰ ਉਸੇ ਪਿੰਡ ਦੇ ਵਿੱਚ ਇੱਕ ਜੰਮ ਪੈਂਦੀ ਹੈ ਹਵਾ ਦੀ ਬੇਟੀ ਰੁਖਸਾਨਾ। ਰੁਖਸਾਨਾ ਦਾ ਕਸੂਰ ਕੀ ਹੈ? ਰੁਖਸਾਨਾ ਧੀ ਹੈ, ਉਹ ਪੁੱਤਰ ਸੀ ਅਤੇ ਇਹ ਧੀ ਹੈ। ਅੱਛਾ, ਹੁਣ ਰੁਖਸਾਨਾ ਦੇ ਉੱਤੇ ਹਲਕੀ ਜਿਹੀ ਸ਼ੱਕ ਪੈ ਜਾਂਦੀ ਹੈ ਸ਼ਾਇਦ ਕਿਸੇ, ਮੈਨੂੰ ਹੁਣ ਐਗਜ਼ੈਕਟਲੀ ਨਹੀਂ ਪਤਾ, ਮੈਂ ਤਾਂ ਇਹ ਵੀ ਨਹੀਂ ਕਹਿ ਸਕਦਾ ਕਿ ਕਿਹੜੀ ਸ਼ੱਕ ਪਈ, ਕਿਉਂਕਿ ਅਗਰ ਮੈਂ ਇਹ ਮੁੰਡੇ ਕੁੜੀ ਵਾਲੀ ਗੱਲ ਕਰਦੇ ਹਾਂ ਤਾਂ ਉਹਦੇ ਮਾਂ ਪਿਓ ਦੀ ਜ਼ਿੰਦਗੀ ਵੇਖੋ ਹੋਰ ਅਜ਼ਾਬ ਹੋ ਜਾਏਗੀ। ਉਹਦੇ 'ਤੇ ਐਵੇਂ ਕੋਈ ਉਲਟਾ ਇਲਜ਼ਾਮ ਲਾ ਦਿੰਦਾ, ਝੂਠਾ ਜਾਂ ਸੱਚਾ, ਉਹ ਇਲਜ਼ਾਮ ਲਾ ਕੇ ਸ਼ੱਕ 'ਚ ਮੁਬਤਲਾ ਕਰ ਦਿੰਦਾ, ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ। ਇਹ ਮੈਨੂੰ ਇਹ ਦੱਸੋ ਵੀ ਇਹ ਗੈਰਤ ਸਾਰੀ ਔਰਤ ਦੇ ਨਾਲ ਹੀ ਕਿਉਂ ਲਿੰਕ ਕਰ ਦਿੱਤੀ ਹੈ ਅਸੀਂ? ਮਿੰਡੀ ਆਵੇ ਤਾਂ ਠੀਕ ਹੈ, ਅਤੇ ਜੇ ਇੱਥੋਂ ਦੀ ਕੋਈ ਕੁੜੀ ਆਂਦੀ ਮੈਂ ਬਾਹਰ ਕਿਸੇ ਗੋਰੇ ਨਾਲ ਵਿਆਹ ਕਰਨਾ ਹੈ, ਉਹ ਵੀ ਮੁਸਲਮਾਨ ਹੋ ਜਾਏ, ਜਿਸ ਤਰ੍ਹਾਂ ਇਹ ਹੋ ਗਈ ਹੈ ਮਿੰਡੀ ਆ ਕੇ ਨੇ ਇਸਲਾਮ ਵੀ ਕਬੂਲ ਕਰ ਲਿਆ, ਉੱਥੇ ਸਾਡੀ, ਮੇਰਾ ਮਤਲਬ ਹੈ ਕਿ ਗੈਰਤ ਇਜਾਜ਼ਤ ਨਹੀਂ ਦਿੰਦੀ। ਇਹ ਗੈਰਤ ਸਾਰੀ ਅਸੀਂ ਇਹ ਜ਼ਨਾਨੀ ਦੇ ਇਰਦ ਗਿਰਦ ਕਿਉਂ ਅਸੀਂ ਇਕੱਠੀ ਕਰ ਲਈਏ ਬਈ? ਇਹ ਤੁਹਾਡੇ 'ਚੋਂ ਕਈਆਂ ਨੂੰ ਬੜੀ ਬੁਰੀ ਲੱਗਣੀ ਮੇਰੀ ਗੱਲ, ਗਾਲਾਂ ਵੀ ਕੱਢਣੀਆਂ ਤੁਸੀਂ ਮੈਨੂੰ ਕਿ ਤੁਸੀਂ ਪਾਗਲ ਹੋ ਗਏ ਹੋ ਗਿੱਲ ਸਾਹਿਬ, ਲੇਕਿਨ ਮੈਂ ਆਨਾ ਫਿਰ ਜਾਂ ਤਾਂ ਦੋਵੇਂ ਪਾਸੇ ਇੱਕੋ ਜਿਹਾ ਕੰਮ ਹੀ ਕਰੋ ਨਾ। ਮਜ਼ਹਬੀ ਇਤਬਾਰ ਨਾਲ ਕਰਨਾ ਜਾਂ ਕਿਸੇ ਵੀ ਤੋਂ ਇੱਕ ਹੀ ਸਟੈਂਡਰਡ ਰੱਖੋ ਨਾ। ਯਾਰ ਰੁਖਸਾਨਾ ਵਾਸਤੇ ਦੁਨੀਆ ਹੋਰ ਹੈ ਅਤੇ ਮਿੰਡੀ ਵਾਸਤੇ ਹੋਰ ਹੈ। ਬਹਰਹਾਲ ਮਰਜ਼ੀ ਹੈ ਬਈ ਤੁਹਾਡੀ। ਇਹ ਜਿਹੜਾ ਜ਼ੁਲਮ ਦਾ ਨਿਜ਼ਾਮ ਹੈ ਇਹ ਤਾਂ ਨਹੀਂ ਚੱਲਦਾ ਹੁੰਦਾ, ਇਹ ਤੁਸੀਂ ਜ਼ੁਲਮ ਦਾ ਨਿਜ਼ਾਮ ਹੀ ਚਲਾ ਰਹੇ ਹੋ। ਸਮਝ ਤੋਂ ਬਾਹਰ ਹੈ ਵੀ ਕਿਉਂ ਚਲਾ ਰਹੇ ਨੇ। ਅੱਗੇ ਇਹ ਜੀ ਕਿ ਇੱਕ ਪਾਸੇ ਤੇ ਜੰਗ ਲੜ ਰਹੇ ਹਾਂ ਅਤੇ ਅਸੀਂ ਖੁਆਰਿਜ ਅਤੇ ਜਨਾਬ DGSPR ਸਾਹਿਬ ਪੈ ਦਰ ਪੈ ਅੱਜ ਕੱਲ੍ਹ ਟਵੀਟ ਕਰ ਰਹੇ ਨੇ। ਸਟ੍ਰੈਟਜੀ ਨਵੀਂ ਇਹ ਬਣਾਈ ਹੈ ਕਿ ਇੰਨੇ ਟਵੀਟ ਕਰੋ ਵੀ ਲੋਕੀ ਤਨਕੀਦ ਕਰਨ ਤੋਂ ਥੱਕ ਜਾਣ। ਕੌਮੈਂਟ ਬੰਦ ਕੀਤੇ ਨੇ, ਕਿਉਂਕਿ ਕੌਮੈਂਟ ਦੇ ਵਿੱਚ ਤੁਹਾਨੂੰ ਪਤਾ ਵੀ ਉਹਨਾਂ ਨੂੰ ਪਤਾ ਵੀ ਲੋਕਾਂ ਪਤਾ ਨਹੀਂ ਕੀ ਕੁਛ ਲਿਖ ਚੜਨਾ, ਅਤੇ ਕੌਮੈਂਟ ਬੰਦ ਨੇ, ਲੇਕਿਨ ਇਹ ਹੀ ਸੋਚ ਕੇ ਕਿ ਟਵੀਟ ਤੇ ਟਵੀਟ ਕਰੋ ਆਪੇ ਹੀ ਇਹ ਕ੍ਰਿਟਿਸਿਜ਼ਮ ਕਰਨ ਤੋਂ ਹਟ ਜਾਣਗੇ। ਬਹਰਹਾਲ ਇਸ ਵੇਲੇ ਤਾਂ ਘਮਸਾਨ ਦੀ ਜੰਗ ਚੱਲ ਰਹੀ ਹੈ ਟਵਿੱਟਰ 'ਤੇ, ਜਿਹੜਾ ਟਵੀਟ ਕਰਦੇ ਨੇ ਉਹਦੇ 'ਤੇ ਜਨਾਬ ਕਮਿਊਨਿਟੀ ਨੋਟ ਲੱਗੀ ਜਾ ਰਹੇ ਨੇ। ਲੇਕਿਨ ਬਹਰਹਾਲ ਅਗਲੀ ਗੱਲ ਤੁਹਾਨੂੰ ਦੱਸਦੇ, ਇੱਕ ਪਾਸੇ ਜੰਗ ਹਰ ਚੀਜ਼ ਦੇ ਵਿੱਚ, ਖੁਆਰਿਜ, ਇੰਡੀਅਨ ਏਜੰਟ, ਰॉ ਦੇ ਏਜੰਟ, ਅੱਜ ਕੱਲ੍ਹ ਇਹ ਚੱਲ ਰਿਹਾ। ਦੂਜੇ ਪਾਸੇ ਪਤਾ ਚੱਲ ਰਿਹਾ ਹੈ ਕਿ ਪਾਕਿਸਤਾਨ ਔਰ ਇੰਡੀਆ ਦੀ ਪਿਛਲੇ ਸਾਲ 'ਚ ਕੁਝ ਤਕਰੀਬਨ $225 ਮਿਲੀਅਨ ਦੀ ਤਜਾਰਤ ਹੋਈ ਹੈ। ਅਸੀਂ ਉੱਧਰੋਂ ਸ਼ੈਵਾਂ ਇੱਧਰ ਲਈਆਂ ਨੇ। ਬਲਕਿ ਜਿਹੜਾ ਮਈ ਦਾ ਮਹੀਨਾ ਸੀ ਜਦੋਂ ਘਮਸਾਨ ਦੀ ਜਿਹੜੀ ਝੜਪ ਹੋਈ ਹੈ, ਉਸ ਮਹੀਨੇ 'ਚ ਵੀ 15 ਮਿਲੀਅਨ ਦੀਆਂ ਸ਼ੈਵਾਂ ਮੰਗਵਾਈਆਂ ਨੇ। ਆਮ ਮਹੀਨਿਆਂ 'ਚ 17 ਮਿਲੀਅਨ ਦੀਆਂ ਮੰਗਵਾਈਆਂ ਜਾਂਦੀਆਂ ਨੇ, ਉਸ ਮਹੀਨੇ 15 ਮਿਲੀਅਨ ਦੀਆਂ ਚੀਜ਼ਾਂ ਮੰਗਵਾਈਆਂ ਗਈਆਂ ਨੇ। ਹੈ ਨਾ ਜੀ ਸਵਾਦ। ਅਤੇ ਆਪਣਾ ਕੰਮ ਪੂਰਾ ਪਾ ਰਹੇ ਨੇ ਵਿੱਚੋਂ, ਲੇਕਿਨ ਆਵਾਮ ਨੂੰ ਜੰਗ ਵੇਚ ਰਹੇ ਨੇ ਹਜੇ ਵੀ। ਫਿਤਨਾਤੁਲ ਖੁਆਰਿਜ ਅਤੇ ਪਤਾ ਨਹੀਂ ਕਿਹੜੀ ਸ਼ੈ ਅਸੀਂ ਦੱਸ ਰਹੇ, ਲੇਕਿਨ ਅੰਦਰੋਂ ਆਪਣਾ ਕੰਮ ਪੂਰਾ ਪਾ ਰਹੇ ਨੇ, ਮਤਲਬ ਕਿ ਉੱਧਰੋਂ ਟਰੇਡ ਪੂਰਾ ਹੋ ਰਿਹਾ ਜਿਹੜਾ ਕਰਨਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਵਜ਼ੀਰ ਆਜ਼ਮ ਨੇ, ਤੁਹਾਨੂੰ ਪਤਾ ਹੈ ਵੀ ਜੂਨ 'ਚ ਤਨਖਾਹਾਂ ਵਧਾਈਆਂ ਸਾਡੀ 800%। ਸੈਨੇਟ ਦੇ ਚੇਅਰਮੈਨ ਦੀ, ਸਪੀਕਰ ਕੌਮੀ ਅਸੈਂਬਲੀ, ਡਿਪਟੀ ਸਪੀਕਰ, ਡਿਪਟੀ ਚੇਅਰਮੈਨ ਸੈਨੇਟ, ਉਹਨਾਂ ਦੀਆਂ। ਔਰ ਫਿਰ ਰੌਲਾ ਪਾਤਾ ਆਪੇ ਹੀ ਨੂਨ ਲੀਗ ਵਾਲਿਆਂ ਨੇ। ਪਹਿਲਾਂ ਤਨਖਾਹਾਂ ਵਧਾਈਆਂ, ਕੈਬਨਿਟ ਦੇ ਵਿੱਚ ਫੈਸਲੇ ਕੀਤੇ, ਪਾਰਲੀਮੈਂਟ 'ਚ ਕੀਤੇ, ਆਪਣੇ ਹੱਥਾਂ ਨਾਲ ਸਾਈਨ ਕੀਤੇ, ਵਧਾ ਕੇ ਰੌਲਾ ਪਾਤਾ ਆਪੇ ਹੀ, ਉਹ ਤਨਖਾਹਾਂ ਬਹੁਤ ਵਧਾ ਦਿੱਤੀਆਂ ਨੇ ਇਹਨਾਂ ਦੀਆਂ, ਇਹ ਘੱਟ ਕਰਨੀਆਂ ਨੇ। ਆਵਾਮ ਬੜੀ ਰਾਜ਼ੀ ਹੋ ਗਈ ਕਿ ਚਲੋ ਕੋਈ ਐਕਸ਼ਨ ਲਿਆ, ਵਧਾਉਣ ਤੋਂ ਬਾਅਦ ਹੀ ਇਹਨਾਂ ਨੂੰ ਖਿਆਲ ਆਇਆ ਚਲੋ ਘਟਾਉਣ ਲੱਗੇ ਨੇ ਜਾਂ ਸੋਚਣ ਲੱਗੇ ਨੇ। ਆਵਾਮ ਬੜੀ ਰਾਜ਼ੀ ਹੋ ਗਈ। ਆਵਾਮ ਅਜੇ ਰਾਜ਼ੀ ਹੋਈ ਸੀ ਅਤੇ ਉਹਨਾਂ ਨੇ 6-6 ਮਹੀਨੇ ਦੀ ਤਨਖਾਹ ਲੈ ਵੀ ਲਈ ਹੈ ਬੈਕ ਡੇਟ ਤੋਂ, ਕਿਉਂਕਿ ਵਧਾਈ ਵੀ ਜਨਵਰੀ ਤੋਂ ਜੇ। ਸ਼ੁਕਰ ਕਰੋ ਇਹਨਾਂ ਦੇ ਜੰਮਣ ਤੋਂ ਨਹੀਂ ਕਿਤੇ ਵਧਾ ਦਿੱਤੀ ਕਿ ਜਦੋਂ ਯੂਸਫ ਰਜ਼ਾ ਗਿਲਾਨੀ ਸਾਹਿਬ ਜੰਮੇ ਸਨ ਉਦੋਂ ਤੋਂ ਇਹਨਾਂ ਨੂੰ ਇਹ ਤਨਖਾਹ ਮਿਲੇਗੀ, ਜਾਂ ਅਯਾਜ਼ ਸਾਦਕ ਸਾਹਿਬ ਜਿੱਦਣ ਤੋਂ ਜੰਮੇ ਨੇ ਉਸ ਦਿਨ ਤੋਂ ਬਾਅਦ, ਜਾਂ ਬਲਕਿ ਜਿੱਦਣ ਤੋਂ ਇਹਨਾਂ ਦੇ ਮਾਂ ਪਿਓ ਨੇ ਸੋਚਿਆ ਸੀ ਵੀ ਇਹਨਾਂ ਦੁਨੀਆ 'ਚ ਆਉਣਾ ਹੈ, ਉਸ ਦਿਨ ਤੋਂ ਇਹਨਾਂ ਦੀ ਤਨਖਾਹ ਨਹੀਂ ਵਧਾ ਦਿੱਤੀ। ਸ਼ੁਕਰ ਕਰੋ, ਇਹ ਮਿਹਰਬਾਨੀ ਇਹਨਾਂ ਦੀ, ਇਹਨਾਂ ਦਾ ਅਹਿਸਾਨ ਹੈ ਕੌਮ ਦੇ ਉੱਤੇ। ਤੁਹਾਨੂੰ ਉਹ ਯਾਦ ਨਹੀਂ ਹੈ ਕਿ ਕੈਪਟਨ ਇਮਾਨ ਦੁਰਾਨੀ ਸਾਹਿਬ ਦੱਸ ਰਹੇ ਸਨ ਵੀ ਇਹ ਨਹੀਂ ਵੀ ਅਸੀਂ ਹਰ ਕੰਮ ਹੀ ਠੀਕ ਕਰਦੇ, ਪਰ ਅਸੀਂ ਜੋ ਵੀ ਕਰਦੇ ਨੈਸ਼ਨਲ ਇੰਟਰਸਟ ਕਰਦੇ। ਇਹ ਤਨਖਾਹਾਂ ਨੈਸ਼ਨਲ ਇੰਟਰਸਟ 'ਚ ਵਧੀਆਂ ਨੇ। ਇੱਕ ਪਾਸੇ ਵਧਾਤੀਆਂ, ਫਿਰ ਰੌਲਾ ਪਾਤਾ, ਉਹਨਾਂ ਤਨਖਾਹਾਂ ਘਟਾ ਲਈਆਂ, ਰੌਲਾ ਪਾਉਣ ਵਾਲੇ ਚੁੱਪ ਕਰ ਗਏ। ਵਿੱਚ ਬਾਂਦਰ ਕੌਣ ਬਣਿਆ? ਅਸੀਂ ਸਾਰੇ। ਅਗਲੀ ਖਬਰ ਜ਼ਰਾ ਇੰਡੀਆ ਤੋਂ ਤੁਹਾਡੇ ਸਾਹਮਣੇ ਰੱਖਦੇ ਹਾਂ। ਖਬਰ ਇਹ ਹੈ ਕਿ ਸਾਡੇ ਵਾਲੇ ਹੀ ਹਾਲਾਤ ਨੇ, ਉੱਥੇ ਵੀ ਕਰਪਸ਼ਨ ਦੇ ਇਹੋ ਜਿਹੇ ਕਈ ਉਹਨਾਂ ਨੂੰ ਵੀ ਲੱਭੇ ਨੇ। ਉੱਥੇ ਵੀ ਅਜਬ ਕਰਪਸ਼ਨ ਦੀ ਗਜਬ ਕਹਾਣੀ ਹੋਈ ਹੈ। 1 ਲੱਖ ਤੋਂ ਬਹੁਤਾ ਬਿੱਲ ਬਣਾਇਆ, ਔਰ ਬਿੱਲ ਕਿੰਨੀ ਤੁਸੀਂ ਇਹ ਕਹੋ ਕਿ ਦੇਰ ਦਾ ਬਣਾਇਆ ਜਾਂ ਕੋਈ 4 ਲੀਟਰ ਪੇਂਟ ਹੈ,
ਜਿਹਨੂੰ ਕਰਨ ਵਾਸਤੇ 168 ਮਜ਼ਦੂਰ ਲਾਏ ਗਏ ਨੇ। ਕਾਗਜ਼ਾਂ ਦੇ ਵਿੱਚ ਜ਼ਾਹਿਰ ਹੈ 4 ਲੀਟਰ ਪੇਂਟ ਤੇ ਮੇਰਾ ਖਿਆਲ ਹੈ ਕਿ 2 ਬੰਦੇ ਹੀ ਕਰ ਦੇਣਗੇ, ਲੇਕਿਨ 168 ਮਜ਼ਦੂਰ ਲਾਏ ਨੇ ਤੇ 65 ਮਿਸਤਰੀ। ਕਿੰਨੇ ਜੀ? ਦੁਬਾਰਾ ਸੁਣੋ, 168 168 ਮਜ਼ਦੂਰ, 65 ਮਿਸਤਰੀ ਤੇ ਇਹ ਜਨਾਬ 233 ਪੂਰੇ ਹੋ ਗਏ। ਇਹਨਾਂ ਨੇ 1 ਲੱਖ ਰੁਪਏ ਦਾ ਬਿੱਲ ਲਿਆ ਤੇ ਪੇਂਟ ਕਿੰਨਾ ਕੀਤਾ? 4 ਲੀਟਰ। ਦੀਵਾਰ ਕੋਈ ਸਕੂਲ ਦੀ ਸੀ ਪਿੰਡ ਦੇ ਵਿੱਚ, ਇੰਡੀਆ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਉੱਥੇ ਇਹ ਲਾਇਆ। ਤੇ ਇੱਥੋਂ ਤੁਸੀਂ ਆਪ ਹਿਸਾਬ ਹੀ ਲਾ ਲਓ ਕਿ ਮੇਰਾ ਮਤਲਬ ਹੈ ਕਿ ਇੱਥੋਂ ਵਾਲੇ ਇੱਧਰ ਵਾਲੇ ਹਿਸਾਬ ਨੇ ਕੋਈ ਮੁਖਤਲਿਫ ਨਹੀਂ ਹੈ। ਜਿਸ ਤਰ੍ਹਾਂ ਕਰਪਸ਼ਨ ਦਾ ਰੇਟ ਇੱਧਰ ਚੱਲ ਰਿਹਾ ਜਾਂ ਜਿੰਨੀ ਕਾਵਿਸ਼ ਅਸੀਂ ਇੱਧਰ ਕਰ ਰਹੇ ਹਾਂ ਉਨੀ ਉੱਧਰ ਹੈ। ਆਖਰੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ। ਪਿਮਸ ਹਸਪਤਾਲ ਦੇ ਵਿੱਚ ਇੱਕ ਮਰੀਜ਼ ਦੀ ਮੌਤ ਹੋ ਗਈ। ਲਵਾਹਕੀਨ ਨੂੰ ਲੱਗਾ ਵੀ ਸਰਕਾਰੀ ਹਸਪਤਾਲ 'ਚ ਇਲਾਜ ਠੀਕ ਨਹੀਂ ਹੋ ਰਿਹਾ, ਸ਼ਾਇਦ ਬਚ ਜਾਏ, ਚੁੱਕ ਕੇ ਪ੍ਰਾਈਵੇਟ ਹਸਪਤਾਲ ਲੈ ਗਏ, ਇੱਕ ਨਿੱਜੀ ਹਸਪਤਾਲ ਦੇ ਵਿੱਚ। ਮਰੀਜ਼ ਪਹਿਲੇ ਹੀ ਮਰ ਚੁੱਕਿਆ ਸੀ। ਉਹਨਾਂ ਕਿਹਾ ਲੈ ਆਓ, ਉਹਨਾਂ ਰੱਖ ਲਿਆ ਮਰੀਜ਼ ਨੂੰ, ਰੱਖ ਲਿਆ ਮਰੀਜ਼ ਦੀ ਮਈਅਤ ਨੂੰ, ਰੱਖ ਲਿਆ। ਅਸਲ 7 ਦਿਨ ਮਈਅਤ ਦੇ ਕੋਲੋਂ ਪੈਸੇ ਲੈਂਦੇ ਰਹੇ, 7 ਦਿਨ ਮਈਅਤ ਕੋਲੋਂ ਪੈਸੇ ਲੈਂਦੇ ਰਹੇ, ਲੱਖ ਰੁਪਈਆ ਰੋਜ਼ ਦਾ। ਇਹ ਹਵਾਈ ਖਬਰ ਨਹੀਂ ਹੈ, ਇਹ ਖਬਰ ਜੰਗ ਨੇ ਵੀ ਗਾਲਬਨ ਸ਼ਾਇਆ ਕੀਤੀ ਹੈ, ਦੁਨੀਆ ਨੇ ਵੀ, ਔਰ ਇਹ ਪਾਰਲੀਮੈਂਟ ਦੀ ਕਮੇਟੀ ਨੂੰ ਬਰੀਫਿੰਗ ਦਿੱਤੀ ਹੈ। ਕੌਮੀ ਅਸੈਂਬਲੀ ਦੀ ਕਮੇਟੀ 'ਚ ਦੱਸਿਆ ਗਿਆ ਕਿ ਇਹ ਹੋਇਆ ਹੈ। ਹੁਣ ਤੁਹਾਨੂੰ ਗੁੱਸਾ ਬੜਾ ਆਉਣਾ ਡਾਕਟਰਾਂ 'ਤੇ, ਤੁਹਾਡਾ ਖੂਨ ਖੋਲਣਾ ਹੈ ਬੜਾ। ਨਹੀਂ ਤੇ ਮੈਂ ਮੰਨਦਾ ਹਾਂ ਬਹੁਤ ਵੱਡਾ ਜੁਰਮ ਹੈ, ਬਿਲਕੁਲ ਬੜਾ ਘਟੀਆ ਕੰਮ ਹੈ, ਲੇਕਿਨ ਕੀ ਇਲੈਕਸ਼ਨ ਚੋਰੀ ਕਰਨ ਤੋਂ ਬਹੁਤਾ ਘਟੀਆ ਕੰਮ ਹੈ? ਜਾਂ 26 ਨਵੰਬਰ ਤੋਂ ਬਹੁਤਾ ਘਟੀਆ ਕੰਮ ਹੈ? ਉਹ ਜਦੋਂ ਉਹਨਾਂ ਵੇਖਿਆ ਹੋਣਾ ਹਸਪਤਾਲ ਵਾਲਿਆਂ ਨੇ ਵੀ ਇੱਥੇ ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ, ਜਦੋਂ ਹੋਏਗਾ ਹਿਸਾਬ ਉਦੋਂ ਵੇਖ ਲਾਂਗੇ। ਉਹਨਾਂ ਕਿਹਾ ਹੋਣਾ ਅਸੀਂ ਵੀ ਆਪਣੇ ਹੱਥ ਰੰਗ ਲਈਏ ਵਿੱਚ, ਬਸ ਚੁੱਕ ਕੇ ਰੱਖੋ ਕੰਮ ਨੂੰ। ਅਤੇ ਇੱਥੇ ਸਾਰਿਆਂ ਨੇ ਆਵੇ ਦਾ ਆਵਾ ਹੀ ਵਿਗੜਿਆ ਹੋਇਆ, ਮਤਲਬ ਕੋਈ ਖਿਆਲ ਤੇ ਕਰਨ ਨਹੀਂ ਰਿਹਾ, ਸਾਰੇ ਇੱਕੋ ਕੰਮ ਨੂੰ ਲੱਗੇ ਨੇ। ਬਹਰਹਾਲ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।